यानी टोटल ਤੁਹਾਨੂੰ ਇੱਕ ਜਾਨਵਰ 100 ਦਿਨ ਤੋਂ ਬਾਅਦ 30000 ਦਾ ਪੈ ਜਾਂਦਾ 30000 ਦਾ ਪੈ ਜਾਂਦਾ ਵੇ ਤੇ ਉਹ ਇਨਸ਼ਾਅੱਲਾ 55 ਦਾ 50 ਦਾ 55 ਤੋਂ ਘੱਟ ਨਹੀਂ ਵਿਕਦਾ माशाअल्लाह। बिस्मिल्लाहिर्रहमानिर्रहीम। अस्सलाम वालेकुम नाजरीन इकराम, बछड़ा फार्मिंग की एक ज़बरदस्त और कमाल की वीडियो के साथ आपकी खिदमत में हाजिर हूँ। ऐसे तजर्बाकार और कामयाब किसान के पास मौजूद हूँ जो 1 मन यानी 40 किलो के बछड़े खरीद कर 100 दिन रखने के बाद उनको फरोख्त करते हैं। 100 दिन में ये बछड़ा फी जानवर इनको 20 से 25 हजार बचत दे जाता है। जी हाँ दोस्तों, तो आज की इस वीडियो में मालूम किया जाएगा कि ये इतने कम उम्र और इतने कम वजन जानवर क्यों खरीदते हैं, इनको क्या खिलाते पिलाते हैं, क्या खर्चा आता है और ये नफे की रेशो क्या है। वीडियो बहुत कीमती और अहम है, मुकम्मल लाजमी देखें, इंशाअल्लाह अज़्ज़वजल फायदा जरूर होगा। वीडियो को लाइक करें, शेयर करें, कमेंट करें, चैनल को सब्सक्राइब कर लें। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम अस्सलाम। सर की हाल है? अल्लाह दा शुक्र है जी, तुसीं सुनाओ? अल्हम्दुलिल्लाह, अल्लाह दा शुक्र है। सब तो पहले अपना नाम दस दियो। मेरा नाम मोहम्मद लियास है, घुमल बरादरी ने मेरा तलक है। माशाअल्लाह। अलियास साहब, किन्ने अरसे तो तुसी वछियां दा काम करदे हो पे? मैं 4 साल तो कर रहा जी। थोड़ा अपने तजर्बे के मुतलक दसो कि तुसी ये काम दा आगाज किंज कीता? मैं सर देसी मुर्गी का काम करदा, उस तो बाद फिर मैं जोड़ी एक लई, एक कट्टा लिया, एक बच्चा लिया, उन्होंने तकरीबन 200 दिन पालिया ते ओ जनाब 1.5 लाख रुपए दे विके हैं। माशाअल्लाह, जोड़ी कट्टे ते बच्चे दी। आहो, ते ਉਹਦੇ ਮੈਨੂੰ ਸ਼ੌਕ ਪੈ ਗਿਆ। 6000 ਦਾ ਮੈਂ ਬੱਚਾ ਲਿਆ ਸੀ ਤੇ 12000 ਦਾ ਕੱਟਾ ਲਿਆ ਹੈ। ਮਾਸ਼ਾਅੱਲਾ, 200 ਦਿਨ ਤੁਸੀਂ ਉਹਨਾਂ ਦੀ ਸੇਵਾ ਕੀਤੀ। 200 ਦਿਨ ਦੇ ਵਿੱਚ ਉਹ ਵਿਕ ਗਏ ਹਨ, ਸੇਲ ਹੋ ਗਏ ਹਨ ਤੇ 1.5 ਲੱਖ ਦੇ ਵਿਕੇ ਹਨ, ਜਿਹਦੇ ਵਿੱਚ 50 ਤੋਂ 60000 ਰੁਪਇਆ ਖਰਚਾ ਸੀ ਮੇਰਾ। ਤੇ ਉਸ ਤੋਂ ਬਾਅਦ ਫਿਰ ਤੁਸੀਂ ਬੱਚੇ ਪਾਲਦੇ ਰਹੇ ਹੋ ਜਾਂ ਕੱਟੇ? ਮੈਂ ਕੱਟਿਆਂ ਦਾ ਵੀ ਕੰਮ ਕਰਨਾ ਤੇ ਬੱਚਿਆਂ ਦਾ ਵੀ ਕਰਨਾ। ਮੈਂ ਛੋਟਾ ਜਿਹਾ ਕੰਮ ਕਰਨਾ, ਕੱਲਾ ਬੰਦਾ ਵਾ ਤੇ ਮੁਲਾਜ਼ਮ ਤੇ ਮੇਰਾ ਯਕੀਨ ਨਹੀਂ ਹੈ ਤੇ ਨਾ ਮੈਂ ਰੱਖਣਾ ਤੇ ਨਾ ਮੈਂ ਰੱਖਣਾ। ਤੇ ਬੱਚੇ ਇਨਸ਼ਾਅੱਲਾ ਬਾਹਰ ਨੇ, ਆ ਜਾਣਗੇ ਤੇ ਮਜ਼ੀਦ ਕੰਮ ਵਧਾ ਲਾਂਗੇ। ਆਪਣੀ ਕੁਵਤ ਦੇ ਮੁਤਾਬਕ ਤੁਸੀਂ ਕਰਦੇ ਹੋ, ਮੁਲਾਜ਼ਮਾਂ ਤੇ ਯਕੀਨ ਨਹੀਂ ਕਰਦੇ? ਤੁਹਾਡੀ ਕਾਮਯਾਬੀ ਦਾ ਅਭੀ ਰਾਜ਼ ਹੈ? ਹਾਂਜੀ ਬਿਲਕੁਲ, ਮੁਲਾਜ਼ਮ ਰੱਖ ਕੇ ਅਗਰ ਇਹ ਕੰਮ ਕਰਨਾ ਤੇ ਫਿਰ ਬਹੁਤ ਮੁਸ਼ਕਲ ਹੈ। ਤੇ ਸਰ ਹੁਣ ਤੁਸੀਂ ਵੱਛੇ ਪਾਲਦੇ ਹੋ ਕਿ ਕੱਟੇ ਪਾਲਦੇ ਹੋ? ਅਸੀਂ ਵੱਛੇ ਵੀ ਪਾਲਨੇ ਆ ਤੇ ਕੱਟੇ ਵੀ ਪਾਲਨੇ ਆ। ਵੱਛੇ ਆ 2-3 ਦਿਨ ਪਹਿਲਾਂ ਆਉਂਦੇ ਤੁਸੀਂ ਤੇ ਤੁਹਾਨੂੰ ਕੱਟਿਆਂ ਦਾ ਪਤਾ ਲੱਗਦਾ। ਕੱਟੇ ਸੇਲ ਹੋ ਗਏ ਨੇ ਪਰਸੋਂ ਦੇ। ਕਿੰਨੇ ਸੇਲ ਕੀਤੇ ਨੇ? ਤੇ ਇਹ 5 ਕੱਟੇ ਹਨ ਤੇ 2.5 ਲੱਖ ਰੁਪਇਆ ਵਟਿਆ। ਮਾਸ਼ਾਅੱਲਾ, 5 ਕੱਟਿਆਂ ਤੋਂ? ਹਾਂਜੀ, 8-8 ਹਜ਼ਾਰ ਦੀ ਖਰੀਦ ਸੀ। ਤੇ ਉਹਨਾਂ ਦੀ ਕਿੰਨੇ ਮਹੀਨੇ ਸੇਵਾ ਕੀਤੀ ਹੈ? ਉਹਨਾਂ ਦੀ ਜਨਾਬ ਤਕਰੀਬਨ 150 ਦਿਨ ਹੋ ਗਿਆ। 150 ਦਿਨ? 5 ਮਹੀਨੇ? 5 ਮਹੀਨੇ ਹੋ ਗਏ। ਵੈਸੇ ਤੁਸੀਂ ਇਹ ਜਿਹੜੇ ਕੱਟੇ ਤੇ ਬੱਚੇ ਰੱਖਦੇ ਹੋ ਕਿੰਨੇ ਮਹੀਨੇ ਰੱਖਦੇ ਹੋ? ਮੈਂ ਬਹੁਤ ਛੋਟੇ ਲਿਆਉਣਾ ਨਾ, ਇਸ ਵਾਸਤੇ 5 ਮਹੀਨੇ ਹੋ ਜਾਂਦੇ। ਅਗਰ ਇਹ ਹੁਣ ਬੱਚੇ ਹਨ ਨਾ, ਇਹ ਮੈਂ ਮਨ ਦੇ 35 ਕਿਲੋ ਦੇ ਲਿਆਂਦੇ। ਇਹਨਾਂ ਦਾ ਪੂਰਾ 100 ਦਿਨ ਦਾ ਫਲਾਟ। ਇਹਨਾਂ ਨੇ ਪੂਰੇ 100 ਦਿਨ ਦੇ ਵਿੱਚ ਫੀਡ 10-10 ਬੋਰੀਆਂ ਖਾ ਲੈਣੀ। ਰਿਜ਼ਲਟ ਫੀਡ ਦਾ ਲੈਣਾ। जानवर अगर तुम 20,000 का लवोगे तो खुराक बहुत ही खाएगा, 8,000 का लवोगे तो खुराक थोड़ी खाएगा, उन्होंने लम्मा खड़ना पेगा। बाकी 10 बोरियां फीड खा के ते जानवर तैयार हो जाता। 3-3.25 मन से तुर जाता। माशाअल्लाह, ਜਿਹੜਾ ਤੁਸੀਂ 35-40 ਕਿਲੋ ਦਾ ਲਿਆ ਹੁੰਦਾ ਹੈ ਉਹ 100 ਦਿਨ ਤੋਂ ਬਾਅਦ? 100 ਦਿਨ ਤੋਂ ਬਾਅਦ ਜਨਾਬ 3 ਮਨ 3.25 ਮਨ 3.5 ਮਨ ਤੇ ਵੀ ਜਾਂਦੇ ਨੇ ਜਾਨਵਰ। ਵੈਸੇ ਬਹੁਤ ਘੱਟ ਜਾਂਦੇ ਨੇ, औसतन यानी कि 3 मन औसतन मन आ जाती है। ਤੇ ਸਰ ਇੱਕ ਹੋਰ ਗੱਲ ਪੁੱਛਾਂ ਦਾ, ਜ਼ਿਆਦਾ ਫਾਇਦਾ ਕਟਿਆਂ ਵਿੱਚ ਹੈ ਅੱਜ ਕੱਲ ਜਾਂ ਵੱਛਿਆਂ ਵਿੱਚ? ਜ਼ਿਆਦਾ ਫਾਇਦਾ ਜੇ ਕਟਿਆਂ ਤੇ ਮਿਹਨਤ ਕਰ ਲੋਗੇ ਤੇ ਕਟਿਆਂ ਜਾਏਗਾ, ਜੇ ਵੱਛਿਆਂ ਤੇ ਮਿਹਨਤ ਦਾ ਫਾਇਦਾ ਮਿਹਨਤ ਦਾ ਹੋਣਾ। ਜੇ ਤੁਸੀਂ ਆਖੋ ਕਟਿਆਂ ਦੇ ਵਿੱਚ ਫਾਇਦਾ, ਵੱਛਿਆਂ ਦੇ ਵਿੱਚ ਫਾਇਦਾ ਵੇ, ਕੰਮ ਕਰੋ, ਵੱਛਿਆਂ ਦਾ ਕਰੋ, ਕਟਿਆਂ ਦਾ ਕਰੋ, ਮਿਕਸ ਕਰੋ। ਮਿਕਸ ਇਹ ਵੇ ਕਿ ਤੁਹਾਨੂੰ ਕਟਿਆਂ ਦੀ ਜਗ੍ਹਾ ਵੱਖਰੀ ਬਣਾਉਣੀ ਪਏਗੀ ਤੇ ਵੱਛਿਆਂ ਵਾਲੀ ਜਗ੍ਹਾ ਵੱਖਰੀ ਬਣਾਉਣੀ ਪਏਗੀ। कटिया वास्ते आ देखो इधर तलाब बड़िया जी, आ देखो ना
ਮਾਸ਼ਾਅੱਲਾ ਸਰ, ਡੇਰਾ ਤੁਹਾਡਾ ਸੋਹਣਾ ਹੈ, ਤੁਸੀਂ ਪੂਰਾ ਬੰਦੋਬਸਤ ਕੀਤਾ ਹੈ। ਇਹ ਤਲਾਬ ਬਣਿਆ ਮੈਂ ਕੱਟੇ 2-4 ਦਿਨ ਪਹਿਲਾਂ ਆਉਂਦੇ ਤੁਸੀਂ ਤੁਹਾਨੂੰ ਪਤਾ ਲੱਗਦਾ ਕਿ ਵਾਕਈ ਕੱਟਿਆਂ ਦਾ ਰਿਜ਼ਲਟ ਵੀ ਕੀ ਹੈ। ਤੇ ਬਾਕੀ ਕੱਟੇ ਹੁਣ ਸੇਲ ਹੋ ਚੁੱਕੇ ਨੇ ਤੇ ਹੁਣ ਤੇ ਸਿਰਫ ਵੱਛੇ ਨੇ। ਤੇ ਸਰ ਤੁਸੀਂ ਇੱਕ ਵਕਤ ਵਿੱਚ ਕਿੰਨੇ ਬੱਚੇ ਲੈ ਕੇ ਆਉਂਦੇ ਹੋ? ਮੈਂ 10 ਵੱਛੇ ਤੇ 5 ਕੱਟੇ। ਉਹ 100 ਦਿਨ ਰੱਖਦੇ ਹੋ? 100 ਦਿਨ ਰੱਖਣਾ। ਤੇ ਕਿਹੜੀ ਮੰਡੀ ਵਿੱਚੋਂ ਲੈ ਕੇ ਆਉਂਦੇ ਹੋ? ਮੈਂ ਲਾਹੌਰੋਂ ਲਿਆਉਂਦਾ ਜੀ। ਸਿਰਫ ਲਾਹੌਰੋਂ ਜਾਂ ਲਾਹੌਰ ਜਿੱਤੋਂ ਜੀ ਦਾ ਜਾਂ ਕਜਾਟ ਹੋ ਜੀ, ਇਹ ਦੋ ਹੀ ਮੰਡੀਆਂ ਨੇ। ਕਜਾ ਮੰਡੀ ਕਿੱਥੇ ਲੱਗਦੀ ਹੈ? ਇਹ ਲੁੱਡਨ ਗੁਜਰਾਤ। ਹਾਂਜੀ। ਤੇ ਤੁਸੀਂ ਇਹ ਜਿਹੜੇ ਲੈ ਕੇ ਆਉਂਦੇ ਹੋ ਬੱਚੇ, ਇਹ ਕਿਹੜੀ ਨਸਲ ਦੇ ਨੇ ਤੇ ਕੱਟੇ ਕਿਹੜੀ ਨਸਲ ਦੇ ਲੈ ਕੇ ਆਉਂਦੇ ਹੋ? ਨਾ ਤਾਂ ਕਦੇ ਖਰੀਦਣ ਲੱਗਿਆ ਕੋਈ ਨਸਲ ਵੇਖੀ ਹੈ, ਸਾਨੂੰ ਸਿਰਫ ਜਾਨਵਰ ਚਾਹੀਦਾ ਵੇ ਜਿਹੜਾ ਮਨ 35 ਕਿਲੋ ਵਜ਼ਨ ਦਾ ਹੋਵੇ ਤੇ 14 ਤੋਂ 15 ਹਜ਼ਾਰ ਦੀ ਖਰੀਦ 'ਚ ਮਿਲੇ। ਉਹਨੂੰ ਆ ਕੇ ਤੇ 10 ਬੋਰੀਆਂ ਫੀਡ ਪਾਣੀ ਹੈ। ਉਹ ਸਾਡੀ ਅੱਗੋਂ ਮਿਹਨਤ ਹੈ ਕਿ ਅਸੀਂ ਉਹਨੂੰ 2 ਮਹੀਨਿਆਂ 'ਚ ਖਵਾ ਲੈਣੀ ਹੈ ਜਾਂ 6 ਮਹੀਨਿਆਂ 'ਚ ਖਵਾਣੀ ਹੈ। ਮਿਲਣਾ ਸਾਨੂੰ ਫੀਡ ਦਾ ਹੀ ਰਿਜ਼ਲਟ ਹੈ। ਬਰਕਤ ਫੀਡ ਪਾਣਾ ਪਿਆ ਮੈਂ। ਅੱਛਾ। ਤੇ ਬਰਕਤ ਫੀਡ ਦਾ ਬਹੁਤ ਅੱਛਾ ਰਿਜ਼ਲਟ ਲੈਣ ਡਿਆ ਮੈਂ। ਮਾਸ਼ਾਅੱਲਾ, ਫੀਡ ਬਰਕਤ ਵਾਲਿਆਂ ਦੀ ਹੈ? ਬਰਕਤ ਵਾਲਿਆਂ ਦੀ ਤੇ ਲਾਹੌਰੋਂ ਹੁੰਦੀ ਹੈ, ਸਪੈਸ਼ਲ ਲਾਹੌਰੋਂ ਉੱਥੇ ਹੁੰਦੀ ਹੈ। ਤੇ ਮੈਂ ਏਜੰਸੀ ਹੋਲਡਰ ਵੀ ਹਾਂ। ਮਾਸ਼ਾਅੱਲਾ। ਅਗਰ ਕਿਸੇ ਨੂੰ ਚਾਹੀਦੀ ਹੋਵੇ ਇੱਥੇ ਬੇਭਾ ਮੇਰੇ ਦੋਸਤ ਨੇ ਜਿਹੜੇ ਫਾਇਦਾ ਲੈ ਰਹੇ ਨੇ ਇਸ ਫੀਡ ਤੋਂ। ਜੀ ਜੀ, ਮਾਸ਼ਾਅੱਲਾ ਸਰ, ਤੁਹਾਡੇ ਜਾਨਵਰ ਵੇਖ ਕੇ ਰਿਜ਼ਲਟ ਲੱਭਦਾ ਪਿਆ ਸਾਹਮਣੇ, ਇਹਨਾਂ ਦੀ ਸਿਹਤ ਵੇਖ ਕੇ ਦਿਲ ਖੁਸ਼ ਹੁੰਦਾ ਪਿਆ। ਤੇ ਤੁਸੀਂ ਪਹਿਲੇ ਫਾਰਮਰ ਹੋ ਜਿਹੜੇ ਤੁਸੀਂ 35-40 ਕਿਲੋ ਦਾ ਜਾਨਵਰ ਲਿਆ ਕੇ ਉਹਨੂੰ ਤਿਆਰ ਕਰਦੇ ਹੋ? ਹਾਂਜੀ, ਮੈਂ ਸਿਰਫ 35 ਤੋਂ 40 ਕਿਲੋ ਦਾ ਜਾਨਵਰ ਲਿਆਉਣਾ ਵਾ ਤੇ ਉਹਨੂੰ ਫਿਰ ਮੈਂ 100 ਦਿਨ ਦੇ ਵਿੱਚ ਕੋਸ਼ਿਸ਼ ਕਰਕੇ ਤੇ 10 ਬੋਰੀਆਂ ਫੀਡ ਇਹਨਾਂ ਨੂੰ ਖਵਾਉਣੀ। ਅੱਛਾ ਸਰ, ਜਿਹੜੀ ਫੀਡ ਸਟੋਰ ਕੀਤੀ ਹੈ ਸਾਡੇ ਨਾਜ਼ਰੀਨ ਨੂੰ ਉਹ ਵੀ ਦੱਸੋ। ਇਹ ਜੀ ਸਾਡੀ ਫੀਡ ਹੈ, ਇਹ ਬਰਕਤ ਵੰਡਾ ਵਾਲਿਆਂ ਦੀ? ਬਰਕਤ ਵੰਡਾ ਵਾਲਿਆਂ ਦੀ ਫੀਡ, ਉੱਤੇ ਦਾ ਨੰਬਰ ਵੀ ਲਿਖਿਆ ਜੀ। ਤੇ ਇਹ ਹੀ ਅਸੀਂ ਮੰਗਵਾਉਂਦੇ ਆ, ਇਹ ਹੀ ਅਸੀਂ ਪਾਉਂਦੇ ਆ। ਇਹ ਤੁਸੀਂ ਨਾਲ ਡੀਲਰ ਵੀ ਹੋ? ਹਾਂਜੀ, ਮੰਗਵਾ ਕੇ ਦੇਈਦੀ ਏ। ਮਾਸ਼ਾਅੱਲਾ, ਤੁਸੀਂ ਸਟੋਰ ਕੀਤੀ ਹੈ। ਸੇਲ ਸਿਆਲਕੋਟ ਦੀ ਏਜੰਸੀ ਮੇਰੇ ਕੋਲ ਹੀ ਹੈ ਤੇ ਜਿਹੜਾ ਵੀ ਫੀਡ ਮੰਗੇ ਉਹਨੂੰ ਮੰਗਵਾ ਕੇ ਦੇਈਦੀ। ਜਿਹੜਾ ਵੀ ਕੰਮ ਕਰਨਾ ਚਾਹੇ ਉਹਨੂੰ ਕਰਵਾਈ ਦਾ ਕੰਮ ਦੀ ਕੋਈ ਹੈਲਪ ਕਰੀਦੀ ਹੈ। ਇਹ ਹੁਣ 25 ਦਸੰਬਰ ਦੇ ਤਿਆਰ ਨੇ। 25 ਦਸੰਬਰ ਨੂੰ 100 ਦਿਨ ਪੂਰਾ ਹੋ ਜਾਣਾ ਤੇ ਇਹਨਾਂ ਦੀਆਂ 30 ਬੋਰੀਆਂ ਰਹਿੰਦੀਆਂ ਤੇ ਇਨਸ਼ਾਅੱਲਾ ਆਖਰੀ ਮਹੀਨੇ ਦੇ ਵਿੱਚ ਇਹਨਾਂ ਨੂੰ 30 ਬੋਰੀਆਂ ਰੋਜ਼ ਦੀ ਬੋਰੀ ਹੈ। ਹੁਣ ਖਾਣ ਡੇ 20 ਤੋਂ 25 ਕਿਲੋ ਤੋਂ ਸ਼ੁਰੂ ਹੋਈ, ਯਾਨੀ ਔਸਤਨ 10 ਬੋਰੀਆਂ 3 ਮਹੀਨਿਆਂ ਦੇ ਵਿੱਚ, 3.25 ਮਹੀਨਿਆਂ ਦੇ ਵਿੱਚ ਖਾਂਦੇ ਨੇ ਤੇ ਤਿਆਰ ਹੋ ਜਾਂਦੇ ਨੇ। ਤੇ ਸੇਲ ਇੱਥੇ ਕਰੀਦੇ ਨੇ ਕਿਉਂਕਿ ਸਾਡੇ ਕੋਲ ਸੇਲ ਦਾ ਮਸਲਾ ਕੋਈ ਨਹੀਂ, ਸਾਨੂੰ ਨਾ ਸਾਨੂੰ ਲਿਆਉਣ ਦਾ ਮਸਲਾ ਨਾ ਸਾਨੂੰ ਸੇਲ ਦਾ ਮਸਲਾ ਹੈ। ਤੇ ਸਾਡੇ ਕੋਲ 10 ਜਾਨਵਰ ਹੋਣ ਤੇ 10 ਹੀ ਗਾਹਕ ਹੁੰਦੇ ਮਾਸ਼ਾਅੱਲਾ। ਜਦੋਂ ਮਰਜ਼ੀ 100 ਦਿਨ ਤੇ ਵੇਚਣਾ। ਪਹਿਲਾਂ ਦੇ ਇੱਕ ਜਾਨਵਰ ਵੀ ਹਨ, ਕੱਲ ਜਾਂ ਪਰਸੋਂ ਆਉਂਦੇ ਰਹਿੰਦੇ ਨੇ ਬੰਦੇ, 1 ਦੇ 2 ਦੇ ਨਾ ਜਿੱਧਰ ਵੇਚਣੇ ਨੇ ਇਕੱਠੇ ਵੇਚਣੇ। 10 ਦੇ 10 ਇਕੱਠੇ ਤੇ 100 ਦਿਨ ਤੋਂ ਬਾਅਦ ਲਿਆਉਣੇ ਵੀ ਇਕੱਠੇ ਨੇ ਤੇ ਵੇਚਣੇ ਵੀ ਇਕੱਠੇ ਨੇ। ਵੇਚਣੀ ਤਾਂ ਦੁਬਦਲ ਨਹੀਂ ਕਰਨਾ। ਇਹ ਨਹੀਂ ਕੋਈ 5 ਦਿਨਾਂ ਬਾਅਦ ਪਾ ਲਿਆ, ਕੋਈ 10 ਦਿਨਾਂ ਬਾਅਦ ਪਾ ਲਿਆ, ਕੋਈ ਮਹੀਨੇ ਬਾਅਦ ਪਾ ਲਿਆ, ਇੰਜ ਨਹੀਂ ਕਰਨਾ। ਇਕੱਠਾ ਫਲਾਕ ਪਾਉਣਾ, ਇਕੱਠਾ ਵੇਚਣਾ। ਉਹਦਾ ਪਤਾ ਲੱਗਦਾ ਕਿ ਕਿੰਨੀ ਫੀਡ ਪਈ ਹੈ, ਕਿੰਨਾ ਖਰਚਾ ਆਇਆ ਵੇ, ਕਿੰਨੀ ਆਮਦਨ ਹੋਈ। ਜ਼ਬਰਦਸਤ ਹੋ ਗਿਆ। ਅੱਛਾ ਸਰ, ਇੱਕ ਸਵਾਲ ਪੁੱਛਾਂ ਦਾ, ਤੁਸੀਂ ਇਹਨਾਂ ਨੂੰ 3-3.25 ਮਹੀਨੇ ਰੱਖਦੇ ਹੋ, ਜਦੋਂ ਲੈ ਕੇ ਆਉਂਦੇ ਹੋ ਪਹਿਲੇ ਮਹੀਨੇ ਇਹਨਾਂ ਦੀ ਖੁਰਾਕ ਦੀ ਕੀ ਰੂਟੀਨ ਹੈ, ਦੂਸਰੇ ਮਹੀਨੇ ਕੀ ਹੈ ਤੇ ਤੀਸਰੇ ਮਹੀਨੇ ਕੀ ਹੈ, ਇਹ ਥੋੜਾ ਤਫਸੀਲ ਵਿੱਚ ਦੱਸੋ। ਪਹਿਲੇ ਮਹੀਨੇ ਤੇ ਕਿਲੋ ਤੋਂ ਸ਼ੁਰੂ ਕਰਨੇ ਆ ਫੀਡ। ਇਹ ਪੂਰੇ ਦਿਨ ਵਿੱਚ? ਪੂਰੇ ਦਿਨ ਵਿੱਚ ਕਿਲੋ। ਕਿੰਨੇ ਟਾਈਮ? 1 ਟਾਈਮ ਜਾਂ 2 ਟਾਈਮ? 2 ਟਾਈਮ। ਅੱਧਾ ਕਿਲੋ ਸਵੇਰ, ਅੱਧਾ ਕਿਲੋ ਸ਼ਾਮੀ। ਫਿਰ ਜਦੋਂ ਨਾ ਫੀਡ ਤੇ ਲੱਗ ਜਾਣਾ ਵਾ, ਡਿਵਰਮਿੰਗ ਵਗੈਰਾ ਤੇ ਉਹ ਸਾਰੇ ਕਰਵਾਉਂਦੇ ਨੇ। ਉਹਦੇ ਆਮ ਤੁਸੀਂ ਵੀਡੀਓ 'ਚ ਵੇਖਦੇ ਹੋਗੇ, ਡਿਵਰਮਿੰਗ ਕਰਵਾਉਣੀ ਹੈ ਤੇ ਐਂ ਕਰਵਾਉਣਾ, ਉਹ ਕਰਵਾਉਣਾ, ਫਾਲਤੂ ਕੋਈ ਐਡਾ ਕੋਈ ਮਸਲਾ ਨਹੀਂ ਇਹਨਾਂ ਨੂੰ। 3 ਸਾਲ ਹੋ ਗਏ ਨੇ ਮੈਨੂੰ ਕੰਮ ਕਰਦਿਆਂ, ਮੈਨੂੰ ਕੋਈ ਐਸਾ ਮਸਲਾ ਨਹੀਂ ਪੇਸ਼ ਆਇਆ ਕਿ ਜਿਹੜਾ ਕੋਈ ਡਾਕਟਰ ਦੀ ਜ਼ਰੂਰਤ ਪਵੇ, ਕਿਉਂਕਿ ਸਾਡੀ ਫੀਡ ਦੇ ਵਿੱਚ ਹਰ ਚੀਜ਼ ਮੌਜੂਦ ਹੈ। ਸਾਨੂੰ ਫੀਡ ਤੇ ਯਕੀਨ ਹੈ। ਫੀਡ ਵਾਲਾ ਡਾਕਟਰ ਹੁੰਦਾ, ਉਹ ਸਿਰਫ ਚੈੱਕ ਕਰਦਾ। ਚਿਚੜਾ ਵਗੈਰਾ ਦੀ ਟੀਕੇ ਸਿਰਫ ਲਾਈ ਦੇ ਨੇ, ਬਾਕੀ ਅਸੀਂ ਕੋਈ ਕਿਸੇ ਕਿਸਮ ਦਾ ਕੋਈ ਲੂਣ, ਕੋਈ ਮਸਾਲਾ, ਕੋਈ ਕਿਸੇ ਕਿਸਮ ਦੀ ਕੋਈ ਚੀਜ਼ ਨਹੀਂ ਪਾਉਂਦੇ, ਕਿਉਂਕਿ ਬਰਕਤ ਫੀਡ ਵਾਲਿਆਂ ਨੇ ਸਾਨੂੰ ਕਿਹਾ ਹੈ ਕਿ ਬਰਕਤ ਫੀਡ ਪਾਓ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਇਨਸ਼ਾਅੱਲਾ ਤੁਹਾਡੇ ਕੰਮ ਵਿੱਚ ਵੀ ਬਰਕਤ ਪਏਗੀ। ਬਰਕਤ ਪਏਗੀ ਤੇ ਅੱਲਾ ਦਾ ਸ਼ੁਕਰ ਹੈ ਕਿ ਮੈਂ ਕੰਮ ਇਹ ਨਹੀਂ ਕਿ ਮੈਂ ਕੰਮ ਵਧਾਉਂਦਾ ਨਹੀਂ ਕਿ ਕੋਈ ਕਮੀ ਹੈ, ਸਿਰਫ ਇਹ ਹੈ ਕਿ ਮੈਂ ਕੰਮ ਕਰ ਹੀ ਨਾ ਸਕਾਂ।
यानी कल्ले हत्थ करदे हो? कल्ले हत्थ करना तो मैं काम इन्ना ही कर सकना वा। इस वास्ते मैं 15 जानवरों का इंतखाब किया ते 15 जानवरों जो अल्लाह का शुक्र है कि 50 ਤੋਂ 60 हज़ार रुपया महीना मनो। माशाअल्लाह। ਇਹ ਸਰ ਤੁਸੀਂ ਜ਼ਿਕਰ ਕਰਦੇ ਹੋ ਕਿ ਪਹਿਲੇ ਮਹੀਨੇ ਇਹਨਾਂ ਨੂੰ ਕਿਲੋ ਫੀਡ ਪਾਉਂਦੇ ਹੋ, ਦੂਸਰੇ ਤੇ ਤੀਸਰੇ ਮਹੀਨੇ ਦਾ ਵੀ ਦੱਸੋ। ਦੂਸਰੇ ਮਹੀਨੇ ਇਹਨਾਂ ਨੂੰ 2.5 ਕਿਲੋ 2 ਕਿਲੋ ਹੋ ਜਾਣੀ ਹੈ, ਫਿਰ 2.5 ਇਹਨਾਂ ਨੇ ਆਸਤਾ ਖੁਦ ਹੀ ਵਧਾ ਲੈਣੀ। ਜਦੋਂ ਇਹਨਾਂ ਨੇ ਤੀਸਰੇ ਮਹੀਨੇ ਦੇ ਵਿੱਚ ਪੈਣਾ ਨਾ, ਫਿਰ ਇਹਨਾਂ ਦੀ ਬੇਸ਼ੱਕ ਫੀਡ ਹੀ ਓਪਨ ਕਰ ਦਿਓ। ਓਪਨ ਦਾ ਮਤਲਬ ਇਹ ਹੈ ਕਿ ਜੇ ਅੰਦਰ ਨੇ ਅੰਦਰ ਖੁਰਲੀ, ਬਾਹਰ ਦੇ ਬਾਹਰ, ਫੀਡ ਅੱਗੇ ਹੋਣੀ ਚਾਹੀਦੀ ਹੈ। ਇਹ ਖਾਣ ਜਾਂ ਨਾ ਖਾਣ। 10 ਬੋਰੀਆਂ ਫੀਡ ਖਵਾਣੀ ਮਜ਼ਾਕ ਨਹੀਂ, ਮਿਹਨਤ ਨਾਲ ਖਵਾਈ ਜਾਣੀ ਹੈ। ਤੇ ਸਰ ਜਿਹੜੀ ਫੀਡ ਹੈ ਉਹ ਤੁਸੀਂ ਕਿੰਜ ਇਸਤੇਮਾਲ ਕਰਦੇ ਹੋ, ਉਹਦਾ ਤਰੀਕਾ ਇਸਤੇਮਾਲ ਵੀ ਦੱਸੋ। ਇਸ ਤੋਂ ਇਲਾਵਾ ਹੋਰ ਉਹਨਾਂ ਨੂੰ ਕੀ ਖਿਲਾਉਂਦੇ ਹੋ ਉਹ ਵੀ ਦੱਸੋ। ਮੈਂ ਤੇ ਕਮਾਦ ਪਾਉਂਦਾ ਜੀ ਸਰਦੀਆਂ ਵਿੱਚ। ਸਰਦੀਆਂ ਵਿੱਚ ਕਮਾਦ ਪਾਉਂਦਾ ਜੀ। ਕਿੰਨੇ ਮਹੀਨੇ? ਤੇ ਤਕਰੀਬਨ 6 ਮਹੀਨੇ ਕਮਾਦ ਰਹਿੰਦਾ। 6 ਮਹੀਨੇ ਕਮਾਦ ਹੀ ਪਾਈਦਾ, ਭਾਵੇਂ 2 ਫਲਾਕ ਕੱਢ ਲਈਏ, ਭਾਵੇਂ 1.5 ਫਲਾਕ, ਭਾਵੇਂ 1 ਫਲਾਕ ਕਮਾਦ ਹੀ ਪਾਉਣਾ ਸਰਦੀਆਂ ਦੇ ਵਿੱਚ। ਗਰਮੀਆਂ ਦੇ ਵਿੱਚ ਪੱਠੇ ਹੋ ਜਾਂਦੇ ਨੇ, ਉਹ ਵੀ 5 ਕਿਲੋ ਫੀ ਜਾਨਵਰ ਪੱਠੇ, 5 ਕਿਲੋ ਹੀ ਕਮਾਦ। ਤੇ ਅੱਜ ਕੱਲ ਕੀ ਰੂਟੀਨ ਰੱਖੀ ਹੈ? 5 ਕਿਲੋ ਕਮਾਦ ਤੇ 4 ਕਿਲੋ ਫੀਡ। ਤੇ ਫੀਡ ਕਿੰਜ ਖਿਲਾਉਂਦੇ ਉਹਨਾਂ ਨੂੰ? ਫੀਡ ਮਿਕਸ ਕਰਕੇ। ਇਹ ਮਿਕਸ ਕਿਦੇ ਚ? ਅੱਛਾ, ਕਮਾਦ ਦੇ ਵਿੱਚ ਹੀ? ਕਮਾਦ ਦੇ ਵਿੱਚ ਹੀ ਮਿਕਸ ਕਰਕੇ ਖਵਾ ਦੇਣੀ। ਇਹ ਫੀਡ ਪਹਿਲੇ ਭੇਂਦੇ ਹੋ ਕਿ ਸੁੱਕਾ ਹੀ ਪਾਉਂਦੇ ਹੋ? ਨਹੀਂ, ਸੁੱਕੀ ਪਾਉਂਦੇ ਆ। ਪਹਿਲਾਂ ਥੋੜੀ ਫੀਡ ਪਾਣੀ ਹੈ, ਉੱਤੇ ਹੀ ਪੱਠੇ ਪਾਣੇ ਨੇ, ਕਮਾਦ ਵਗੈਰਾ, ਤੇ ਅੱਗੇ ਪਾ ਦੇਣੇ। ਤੇ ਜਿਹੜਾ ਪਾਣੀ ਹੈ ਉਹ ਕਿੰਨੀ ਦਫਾ ਉਹਨਾਂ ਨੂੰ ਪਿਲਾਉਂਦੇ ਹੋ? ਪਾਣੀ ਅਸੀਂ ਖੁੱਲਾ ਹੀ ਰੱਖਿਆ, ਉਹ ਡਰਮ ਪਿਆ, ਉਹ ਪੀਂਦਾ ਪਿਆ ਜੀ ਪਾਣੀ। ਠੀਕ ਹੈ। ਤੇ ਜਾਨਵਰ ਵੀ ਤੁਹਾਡੇ ਮਾਸ਼ਾਅੱਲਾ ਤੁਸੀਂ ਖੁੱਲੇ ਹੀ ਛੱਡੇ ਨੇ, ਆਪਣੀ ਮਰਜ਼ੀ ਨਾਲ ਖਾਣ ਤੇ ਆਪਣੀ ਮਰਜ਼ੀ ਨਾਲ ਪੀਣ। ਨਾ ਰੱਸੀ ਪਾਣੀ ਹੈ ਤੇ ਨਾ ਇਹਨਾਂ ਨੂੰ ਫੜਨਾ। ਜਿੰਨੇ ਲੈਣੇ ਨੇ, ਜਦੋਂ ਵੇਚਣੇ ਨੇ, ਉਹਦੇ ਰੱਸੀ ਪੈਣੀ ਹੈ, ਉਸ ਤੋਂ ਪਹਿਲਾਂ ਰੱਸੀ ਨਹੀਂ ਪੈਣੀ। ਅੱਛਾ ਸਰ, ਇੱਕ ਬੜਾ ਅਹਿਮ ਸਵਾਲ ਪੁੱਛਣ ਲਗਾ। ਤੁਹਾਡਾ 100 ਦਿਨ 3-3.5 ਮਹੀਨੇ ਦਾ ਪੀਰੀਅਡ ਹੈ ਤੇ ਮਾਸ਼ਾਅੱਲਾ ਤੁਸੀਂ ਕਾਮਯਾਬੀ ਨਾਲ ਕੰਮ ਕਰਦੇ ਹੋ ਪਏ। ਇੱਕ ਜਾਨਵਰ ਤੁਹਾਡੀ ਖਰੀਦਦਾਰੀ ਕੋਸ਼ਿਸ਼ ਹੁੰਦੀ ਹੈ ਕਿ 14-15 ਹਜ਼ਾਰ ਦਾ ਮਿਲੇ, 15 ਹਜ਼ਾਰ ਦਾ। ਤੇ 100 ਦਿਨ ਦੇ ਵਿੱਚ ਉਹ ਜਿਹੜਾ ਜਾਨਵਰ ਹੈ 14-15 ਹਜ਼ਾਰ ਦਾ ਲਿਆ, 100 ਦਿਨ ਵਿੱਚ ਉਹ ਕਿੰਨਾ ਖਰਚਾ ਕਰਾਈ ਜਾਂਦਾ? ਉਹ 15 ਤੋਂ 16, 14, 15, 16 ਹਜ਼ਾਰ ਰੁਪਇਆ ਖਰਚਾ ਆ ਜਾਂਦਾ। ਯਾਨੀ ਟੋਟਲ ਤੁਹਾਨੂੰ ਇੱਕ ਜਾਨਵਰ 100 ਦਿਨ ਤੋਂ ਬਾਅਦ 30 ਹਜ਼ਾਰ ਦਾ ਪੈ ਜਾਂਦਾ। 30 ਹਜ਼ਾਰ ਦਾ ਪੈ ਜਾਂਦਾ ਵੇ, ਤੇ ਉਹ ਇਨਸ਼ਾਅੱਲਾ 55 ਦਾ, 50 ਦਾ, 55 ਤੋਂ ਘੱਟ ਨਹੀਂ ਨਿਕਲਦਾ। ਮਾਸ਼ਾਅੱਲਾ, ਜ਼ਿੰਦਾਬਾਦ ਸਰ, ਦਿਲ ਖੁਸ਼ ਕੀਤਾ ਜੇ। ਤੇ ਇਹ ਜਿਹੜੇ ਜਾਨਵਰ ਨੇ ਤੁਹਾਡੇ ਫਾਰਮ ਤੇ ਸੇਲ ਹੁੰਦੇ ਨੇ? ਸਾਡੇ ਫਾਰਮ ਤੇ ਸੇਲ ਹੁੰਦੇ। ਤੁਹਾਨੂੰ ਯਾਨੀ ਕਿ ਕਿਤੇ ਹੋਰ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ? 1 ਮਿੰਟ ਵੀ ਨਹੀਂ ਜਾਣਾ ਪੈਂਦਾ। ਤੇ ਸਰ ਇਹ ਕੀ ਵਜ੍ਹਾ ਹੈ ਕਿ ਤੁਹਾਡੇ ਜਾਨਵਰ ਫਾਰਮ ਤੇ ਸੇਲ ਹੋਈ ਜਾਂਦੇ? ਤੁਹਾਡੀ ਵਾਕਫੀਅਤ ਹੈ? ਵਾਕਫੀਅਤ ਨਹੀਂ, ਬਸ ਕਸਾਈ ਇੱਥੇ ਹੈ ਨਾ ਚਾਰਜ, ਫਿਰ ਤੇ ਉਹ ਕਿਤੇ ਵੀ ਨਹੀਂ ਖੜਨ ਦਿੰਦੇ। ਬੜੇ ਅੱਛੇ ਪੈਸੇ ਦਿੰਦੇ ਨੇ, ਉਹ ਮਾਲ ਲੈ ਜਾਂਦੇ ਨੇ। ਸਾਨੂੰ ਕਿਤੇ ਜ਼ਰੂਰਤ ਨਹੀਂ ਪੈਂਦੀ ਮੰਡੀ ਖੜਨ ਦੀ। ਲਿਆਉਂਦੇ ਹੀ ਮੰਡੀ ਚੋਂ। ਅਸੀਂ ਕਦੀ ਕੋਈ ਨਸਲ ਨਹੀਂ ਵੇਖੀ, ਬਲੈਤੀ ਹੈ, ਦੇਸੀ ਹੈ। ਫੀਡ ਨੇ ਵਜ਼ਨ ਦੇਣਾ ਸਾਨੂੰ, ਫੀਡ ਨੇ ਵਜ਼ਨ ਦੇਣਾ। ਫੀਡ ਅਸੀਂ ਇਸਤੇਮਾਲ ਕਰਨੀ ਹੈ। ਤੇ ਫੀਡ ਅਗਰ ਜਿਹਨੇ ਫੀਡ ਨਹੀਂ ਪਾਣੀ, ਉਹਦਾ ਫਾਇਦੇ ਦਾ ਨੁਕਸਾਨ ਦਾ ਖੁਦ ਜ਼ਿੰਮੇਵਾਰ। ਅੱਛਾ, ਇੱਕ ਗੱਲ ਹੋਰ ਵੀ ਦੱਸੋ, ਇਹ ਜਿਹੜੀ ਫੀਡ ਦੀ ਬੋਰੀ ਹੈ ਕਿੰਨੇ ਕਿਲੋ ਦੀ ਹੁੰਦੀ ਹੈ? ਇਹ 40 ਕਿਲੋ ਦੀ ਫੀਡ ਦੀ ਬੋਰੀ। ਤੇ ਕੁਝ ਲੋਕ ਹੋਰ ਵੀ ਕੰਪਨੀਆਂ ਦੀ ਫੀਡ ਇਸਤੇਮਾਲ ਕਰਦੇ ਨੇ, ਤੁਸੀਂ ਬਰਕਤ ਵਾਲਿਆਂ ਦੀ ਕਰਦੇ ਹੋ, ਉਹਦੀ ਕੋਈ ਖਾਸ ਗੱਲ, ਖਾਸ ਵਜ੍ਹਾ? 3-4 ਕੰਪਨੀਆਂ ਯੂਜ਼ ਕੀਤੀਆਂ, ਬਾਕੀ ਮੈਨੂੰ ਮਜ਼ਾ ਨਹੀਂ ਆਇਆ। ਤੇ ਸਾਨੂੰ ਬਰਕਤ ਫੀਡ ਦਾ ਬਹੁਤ ਮਜ਼ਾ ਹੁੰਦਾ ਪਿਆ, ਤੇ ਬਿਹਤਰੀਨ ਫੀਡ, ਤੇ ਥੋੜੀ ਮਹਿੰਗੀ ਹੈ ਵੇ, ਦੂਸਰੀਆਂ ਫੀਡਾਂ ਨਾਲੋਂ ਥੋੜੀ ਮਹਿੰਗੀ ਹੈ। 100-200 ਦਾ ਫਰਕ ਹੈ, ਬਾਕੀ ਸਾਨੂੰ ਫਰਕ ਮਹਿਸੂਸ ਨਹੀਂ ਹੁੰਦਾ। ਰਿਜ਼ਲਟ ਅੱਛਾ ਮਿਲ ਜਾਂਦਾ। ਅੱਛਾ ਸਰ, ਇਹ ਜਿਹੜਾ ਓਪਨ ਏਰੀਆ ਹੈ ਜਿਹਦੇ ਅੰਦਰ ਇਸ ਟਾਈਮ ਜਾਨਵਰ ਮੌਜੂਦ ਨੇ ਜੀ, ਤੁਸੀਂ ਬਾਂਸ ਇਸਤੇਮਾਲ ਕੀਤੇ ਨੇ, ਅਧੀ 4 ਦੀਵਾਰੀ ਕੀਤੀ ਹੈ, ਇਹ ਕਿੰਨਾ ਏਰੀਆ ਹੈ? ਇਹ 10 ਜਾਨਵਰਾਂ ਦਾ ਅਸੀਂ ਸ਼ੈੱਡ ਬਣਾਇਆ ਹੈ, ਤੇ 50 ਫੁੱਟ ਲੰਮਾ ਹੈ ਤੇ 20 ਫੁੱਟ ਚੌੜਾ ਹੈ। ਇਹ ਓਪਨ ਸ਼ੈੱਡ? ਇਹ ਓਪਨ ਸ਼ੈੱਡ। ਤੇ ਜਿਹੜਾ ਬੰਦ ਸ਼ੈੱਡ ਹੈ ਰਾਤ ਦੇ ਵਕਤ ਜਿੱਥੇ ਬੰਦ ਦੇ ਵਕਤ, ਉਹ 50 ਫੁੱਟ ਲੰਮਾ ਤੇ 15 ਫੁੱਟ ਚੌੜਾ। ਉਹ ਤੁਸੀਂ ਗਰਮੀਆਂ ਵਿੱਚ ਮੁਰਗੀਆਂ ਰੱਖਦੇ ਹੋ? ਗਰਮੀਆਂ ਦੇ ਵਿੱਚ ਮੁਰਗੀ ਵੀ ਰੱਖ ਲਈ ਦੀ। ਗਰਮੀਆਂ ਦੇ ਵਿੱਚ ਵੀ ਇਹਨਾਂ ਦੇ ਇਸਤੇਮਾਲ ਚ ਆਉਂਦਾ ਵੇ। ਹੁਣ ਜਦੋਂ ਦੇ ਬੱਚੇ ਰੱਖੇ ਨਾ, ਉਹਦੀ ਮੁਰਗੀ ਛੱਡ ਛੜੀ ਇੱਥੇ ਪਾਣੀ। ਇਹ ਅਗਰ ਗਰਮੀਆਂ ਹੋਣ ਤੇ ਸਾਰੀ ਦਿਹਾੜੀ ਅੰਦਰ ਰਹਿੰਦੇ ਨੇ, ਰਾਤ ਬਾਹਰ ਰਹਿੰਦੇ ਨੇ, ਤੇ ਜੇ ਸਰਦੀਆਂ ਹੋਣ ਤੇ ਦਿਨੇ ਬਾਹਰ ਤੇ ਰਾਤ ਨੂੰ। ਇਹਨਾਂ ਦਾ ਜਗ੍ਹਾ ਜਿਹੜੀ ਹੈ ਨਾ, ਲਾਜ਼ਮੀ ਚੇਂਜ ਕਰਨੀ ਪੈਂਦੀ ਹੈ। 12 ਘੰਟਿਆਂ ਬਾਅਦ ਅਗਰ ਜਗ੍ਹਾ ਚੇਂਜ ਨਾ ਕਰੋਗੇ ਤਾਂ ਚਿੱਕੜ ਕਰ ਜਾਣਗੇ। ਵੇਖੋ ਕਿੰਨੀ ਸੁੱਕੀ ਜਗ੍ਹਾ ਵੇ, ਅੰਦਰ ਵੀ ਸੁੱਕਿਆ, ਬਾਹਰ ਵੀ ਸੁੱਕਿਆ। ਇਹਦੀ ਵਜ੍ਹਾ ਇਹ ਵੇ
ਕਿ 12 ਘੰਟਿਆਂ ਬਾਅਦ ਇਹਨਾਂ ਦੀ ਜਗ੍ਹਾ ਚੇਂਜ ਹੁੰਦੀ ਰਹਿੰਦੀ ਹੈ, ਅੰਦਰ ਵੀ ਖੁਰਲੀ ਹੈ ਬਾਹਰ ਵੀ ਖੁਰਲੀ। ਸਰ ਕੁਝ ਲੋਕ ਈਦ ਵਾਸਤੇ ਵੱਛੇ ਤਿਆਰ ਕਰਦੇ ਨੇ, ਤੁਸੀਂ ਇਹਨਾਂ ਨੂੰ ਗੋਸ਼ਤ ਵਾਸਤੇ ਤਿਆਰ ਕਰਦੇ ਹੋ। ਈਦ ਵਾਸਤੇ ਤਿਆਰ ਕਰਨਾ ਬਿਹਤਰ ਹੈ ਜਾਂ ਗੋਸ਼ਤ ਵਾਸਤੇ? ਸਾਨੂੰ ਈਦ ਦਾ ਸਾਨੂੰ ਕੋਈ ਪਤਾ ਨਹੀਂ ਹੈ, ਅਸੀਂ ਜਿਹੜਾ ਕੰਮ ਕਰਨੇ ਆ ਤੁਹਾਨੂੰ ਉਹਦੀ ਮਾਲੂਮਾਤ ਦੇਣੇ ਆ। ਪੂਰਾ ਸਾਲ ਹੀ ਇੰਜੀ ਕਰਦੇ ਹੋ? ਅਸੀਂ ਪੂਰਾ ਸਾਲ ਇੰਜੀ ਕਰਨੇ ਆ ਤੇ ਇੰਜੀ ਆਹ ਕਰਨਾ ਨਾ, ਈਦ ਵਾਸਤੇ ਪਾਲਣੇ ਨੇ ਨਾ, ਅਸੀਂ 6 ਮਹੀਨੇ ਰੱਖ ਸਕਦੇ ਆ ਨਾ ਅਸੀਂ ਸਾਲ ਰੱਖ ਸਕਦੇ ਆ। ਅਸੀਂ 100 ਦਿਨ ਦਾ ਹੀ ਕੰਮ ਕਰਨਾ। 100 ਦਿਨ ਦੇ ਵਿੱਚ ਅਗਰ ਕੋਈ ਰਿਜ਼ਲਟ ਘੱਟ ਵੀ ਦਿੰਦਾ ਬੱਚਾ ਤੇ ਅਸੀਂ ਉਹਨੂੰ ਸੇਲ ਕਰ ਦੇਣਾ। ਰਿਜ਼ਲਟ ਘੱਟ ਦਾ ਮਤਲਬ ਇਹ ਕਿ ਇੱਕ ਜੈਸਾ ਵਜ਼ਨ ਨਹੀਂ ਹੈ ਸਾਰੇ ਘਰ ਦੇ, ਯਾਨੀ ਉਹਨਾਂ ਦੀ ਗਰੋਥ ਕਮ ਹੁੰਦੀ ਹੈ। ਹਾਂ, ਕੋਈ 3 ਮਣ ਦਾ ਹੋ ਜਾਏਗਾ, ਕੋਈ 3.25 ਮਣ ਹੋ ਜਾਏਗਾ, ਕੋਈ 3.5 ਮਣ ਦਾ ਹੋ ਜਾਏਗਾ, ਕੋਈ 3.25 ਮਣ ਦਾ ਵੀ ਆਈਏਗਾ। ਬਾਕੀ ਉਹ ਕੁੱਲ ਮਿਲਾ ਕੇ ਅਸੀਂ 3 ਮਣ ਦੇ ਹਿਸਾਬ ਨਾਲ ਸੇਲ ਕਰਨੇ ਆ। ਸਾਡਾ 50,000 ਦਾ ਜਾਨਵਰ ਅਗਰ ਵਿਕ ਜਾਂਦਾ ਤੇ ਬੈਸਟ ਅਸੀਂ ਵੇਚਾਂਗੇ ਸੌਦਾ ਬਾਅਦ। ਤੇ ਜਿਹੜੇ ਬੱਚੇ ਦੀ ਗਰੋਥ ਘੱਟ ਹੁੰਦੀ ਹੈ, ਉਹ ਵਜ਼ਨ ਘੱਟ ਗੇਨ ਕਰਦਾ ਹੈ, ਉਹਨੂੰ ਫਿਰ ਕੀ ਕਰਦੇ ਹੋ? ਉਹਨੂੰ ਪਹਿਲੇ ਹੀ ਸੇਲ ਕਰ ਦਿੰਦੇ ਹੋ ਜਾਂ ਉਹਨੂੰ ਵੀ 3 ਮਹੀਨੇ ਰੱਖਦੇ ਹੋ? ਉਹਨੂੰ ਇੱਕੋ ਦਿਨ ਸੇਲ ਕਰਨੇ ਨੇ। ਆਹ ਫੀਡ ਦਾ ਰਿਜ਼ਲਟ ਲੈਣਾ ਹੋਵੇ, ਬੱਚਿਆਂ ਦਾ ਨਹੀਂ ਲੈਣਾ। ਅਸੀਂ ਫੀਡ ਦਾ ਰਿਜ਼ਲਟ ਲੈਣਾ ਹੋਵੇ ਕਿ ਅਸੀਂ 100 ਬੋਰੀ ਫੀਡ ਪਾਈਏ 10 ਜਾਨਵਰਾਂ ਨੂੰ, 100 ਬੋਰੀ ਫੀਡ ਖਾ ਕੇ ਇਹਨਾਂ ਨੇ ਵਜ਼ਨ ਦੇਣਾ। ਸਰ ਮਾਸ਼ਾਅੱਲਾ ਤੁਸੀਂ ਆਪਣੇ ਕਾਰੋਬਾਰ ਦੇ ਮੁਤਲਕ ਬੜੀ ਅੱਛੀ ਤੇ ਉਮਦਾ ਗੁਫ਼ਤਗੂ ਕੀਤੀ ਹੈ, ਦਿਲ ਖੁਸ਼ ਹੋ ਗਿਆ। ਜਿਹੜੇ ਭਾਈ ਇਹ ਵੀਡੀਓ ਵੇਖਦੇ ਨੇ ਪਏ ਉਹ ਵੱਛੇ ਪਾਲਣ ਦਾ ਸੋਚਦੇ ਨੇ, ਤੁਹਾਡੇ ਪੁੱਤਰਾਂ ਬਜਾ ਨੇ, ਉਹਨਾਂ ਨੂੰ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਦੇ ਦਿਓ। ਮਸ਼ਵਰਾ ਉਹਨਾਂ ਵਾਸਤੇ ਇਹ ਹੀ ਹੈ ਕਿ ਬੜਾ ਬੈਸਟ ਕੰਮ ਹੈ, ਅੱਛਾ ਕੰਮ ਹੈ, ਮਿਹਨਤ ਕਰਨੀ ਪੈਂਦੀ ਹੈ ਥੋੜੀ। ਮਿਹਨਤ ਕਰੋਗੇ ਫੀਡ ਨੇ ਤਾਂ ਰਿਜ਼ਲਟ ਦੇਣਾ ਹੀ ਦੇਣਾ। ਜਿਹੜਾ ਤੁਹਾਡੀ ਮਿਹਨਤ ਦਾ ਰਿਜ਼ਲਟ ਹੈ ਨਾ, ਉਹ ਫਿਰ ਤੁਹਾਡਾ ਓਵਰ ਟਾਈਮ ਸਮਝ ਲਓ। ਜਿੱਥੇ 10,000 ਰੁਪਈਆ ਜਾਨਵਰ ਬਚਾਉਂਦਾ ਨਾ, ਉੱਥੇ 20,000 ਤੇ 15,000 ਤੇ ਤੁਸੀਂ ਲਾਜ਼ਮੀ ਟੁਰ ਜਾਓਗੇ ਅਗਰ ਮਿਹਨਤ ਕਰੋਗੇ। ਮਿਹਨਤ ਕੀ ਹੈ? ਇਹਨਾਂ ਦੀ ਜਗ੍ਹਾ ਸੁੱਕੀ ਰੱਖੋ, ਇਹਨਾਂ ਨੂੰ ਟਾਈਮ ਨਾਲ ਅੱਗੇ ਪਿੱਛੇ ਕਰਦੇ ਬਸ, ਹੋਰ ਕੀ ਹੈ ਇਹਨਾਂ ਨੂੰ ਸਬਕ ਤਾਂ ਨਹੀਂ ਪੜਾਣਾ। ਅਗਰ ਕੋਈ ਬੰਦਾ ਤੁਹਾਡੇ ਕੋਲੋਂ ਇਹਨਾਂ ਦੇ ਮੁਤਲਕ ਮਾਲੂਮਾਤ ਲੈਣਾ ਚਾਹੁੰਦਾ ਹੈ ਜਾਂ ਜਾਨਵਰ ਲੈਣਾ ਚਾਹੁੰਦਾ ਹੈ ਜਾਂ ਫੀਡ ਦੇ ਮੁਤਲਕ ਕੋਈ ਰਹਿਨਮਾਈ ਹਾਸਲ ਕਰਨਾ ਚਾਹੁੰਦਾ ਹੈ, ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਬਿਲਕੁਲ ਕਰ ਸਕਦਾ ਹੈ। ਸਰ ਆਪਣਾ ਮੋਬਾਈਲ ਨੰਬਰ ਬੋਲ ਦਿਓ। 0342 77 832 0342 77 832। जी सर बहुत शुक्रिया। अल्लाह पाक ਤੁਹਾਡੇ ਕੰਮ 'ਚ ਮਜ਼ੀਦ ਬਰਕਤ ਤੇ ਇਜ਼ਾਫਾ ਤਾ ਫਰਮਾਏ। अल्लाह हाफिज़।